ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਮਿੰਟੂ ਜੀ ਵੈਲਕਮ। जी जी शुक्रिया जी। मैं गल कर रहा सीगा कि बिक्रम सिंह मजीठिया की सुनवाई जिहड़ी आ वो अज यानी शुक्रवार तो फिर दोबारा शुरू होएगी। पहला इस अर्जी ते जिहड़े सुनवाई कर रहे सन जस्टिस AG मसीह ते जस्टिस संदीप मौदगल, ये एक तरह नाल कह लो कि बहुत लंबी बहस सीगी। फिर हाई कोर्ट दे विच गर्मी दी छुट्टियां आ गईयां, फैसला राखवा रख लिया गया, पर छुट्टियां खत्म होंदियां जिवें ही छुट्टियां खत्म होंदियां ਜਿਹੜੇ ਜਸਟਿਸ AG ਮਸੀਹ ਸਾਹਿਬ ਸਨ ਤਾਂ ਉਹ ਸੁਣਵਾਈ ਤੋਂ ਹਟ ਗਏ ਸੀ। ਇਹ ਮਾਮਲਾ ਦੂਜੀ ਬੈਂਚ ਦੇ ਕੋਲ ਫਿਰ ਟ੍ਰਾਂਸਫਰ ਹੋ ਗਿਆ ਤਾਂ ਉਸ ਤੋਂ ਬਾਅਦ ਹੁਣ ਇਹ ਸੁਣਵਾਈ ਹੋਏਗੀ। ਮੈਂ ਜਿਵੇਂ ਕਹਿ ਰਿਹਾ ਸੀਗਾ ਕਿ ਜੱਜਾਂ ਦੇ ਕੋਲ ਇੱਕ ਵਿਸ਼ੇਸ਼ ਅਧਿਕਾਰ ਹੁੰਦਾ ਹੈ। ਜੇ ਉਹਨਾਂ ਨੂੰ ਲੱਗਦਾ ਹੈ ਕਿ ਕੋਈ ਜਾਣ ਪਛਾਣ ਵਾਲੇ ਦਾ ਕੇਸ ਹੈ ਜਾਂ ਕਿਸੇ ਫਰਮ ਦੇ ਨਾਲ ਜਾਂ ਕਿਸੇ ਵਿਅਕਤੀ ਵਿਸ਼ੇਸ਼ ਦੇ ਨਾਲ ਕਦੇ ਉਹਨਾਂ ਨੇ ਲੀਗਲ ਐਡਵਾਈਜ਼ਰ ਦੇ ਤੌਰ ਤੇ ਕੰਮ ਕੀਤਾ ਹੋਵੇ ਦੌਰਾਨੇ ਮਤਲਬ ਕਿ ਜਦੋਂ ਉਹਨਾਂ ਦਾ ਵਕੀਲ ਦਾ ਕੈਰੀਅਰ ਹੋਏਗਾ ਤਾਂ ਕੁਛ ਇਸ ਤਰ੍ਹਾਂ ਦੇ ਖਾਸ ਮੌਕਿਆਂ ਤੇ ਉਹਨਾਂ ਦੇ ਕੋਲ ਇੱਕ ਖਾਸ ਅਧਿਕਾਰ ਪ੍ਰਾਪਤ ਹੁੰਦਾ ਹੈ। ਪਰ ਇਹਦੇ ਤੇ ਪਹਿਲਾਂ ਸੁਣਵਾਈ ਹੋ ਗਈ ਸੀ ਪਰ ਹੁਣ ਦੁਬਾਰਾ ਸੁਣਵਾਈ ਹੋਏਗੀ। ਤਾਂ ਜਦੋਂ ਦੁਬਾਰਾ ਸੁਣਵਾਈ ਹੋਏਗੀ ਇਹਦੇ ਚ ਫਿਰ ਆਰਗੂਮੈਂਟ ਸ਼ਾਇਦ ਹੋਣਗੇ ਨਵੀਂ ਬੈਂਚ ਦੇ ਸਾਹਮਣੇ। ਤਾਂ ਦੇਖਦੇ ਹਾਂ ਜੀ ਕੀ ਕਿਸਮਤ ਦੇ ਵਿੱਚ ਲਿਖਿਆ, ਜੇਲ੍ਹ ਜਾਂ ਬੇਲ। ਜੀ ਕਹਾਵਤਾਂ ਸਾਡੇ ਨਾ ਜਿਹੜੇ ਵੱਡ ਵਡੇਰਿਆਂ ਨੇ ਬਣਾਈਆਂ ਨੇ ਬੜੀਆਂ ਕਿਸੇ ਥਾਂ ਤੇ ਬਹੁਤੀਆਂ ਫਿੱਟ ਬੈਠਦੀਆਂ ਨੇ, ਢੁੱਕਦੀਆਂ ਨੇ। ਹਾਂਜੀ ਹੁਣ ਫੋਰ ਐਗਜ਼ਾਮਪਲ ਕਰ ਲਓ ਘਿਓ ਨੂੰ ਭਾਂਡਾ। ਹੁਣ ਇਹਦੀ ਜੇ ਆਪਾਂ ਵਿਆਖਿਆ ਕਰਨੀ ਉਹਦੇ ਲੰਬੀ ਚੌੜੀ ਹੋ ਜਾਂਦੀ। ਅੱਛਾ ਮੁਹੱਲਾ ਕਲੀਨਿਕਾਂ ਤੇ ਢੁੱਕਦੀ ਹੈ, ਸੱਪ ਕੋਈ ਹੋਰ ਹੀ ਨਿਕਲਿਆ। ਕੀ ਕਹਿਣਾ ਚਾਹੋ? ਦੇਖੋ ਮੁਹੱਲਾ ਕਲੀਨਿਕਾਂ ਦਾ ਪਹਿਲਾਂ ਤਾਂ ਇਹਨਾਂ ਨੇ ਕਿਹਾ ਸੀ ਮੁਹੱਲਾ ਕਲੀਨਿਕ ਵੈਸੇ 13,000 ਸਾਡੇ ਪਿੰਡ ਹੈ, ਜੇ ਮੁਹੱਲੇ ਜਿੰਨੀਆਂ ਤਾਂ ਬਹੁਤ ਬਣ ਜਾਂਦੀਆਂ ਤੋਂ ਵੀ ਜ਼ਿਆਦਾ। ਮੁਹੱਲਾ ਕਲੀਨਿਕ ਦਾ ਜਿਹੜਾ ਫਾਰਮੈਟ ਜਾਂ ਕਹਿ ਲਓ ਕਿ ਜਿਹੜਾ ਉਹ ਇਹਨਾਂ ਦਾ ਉੱਥੇ ਦਾ ਸਾਰਾ ਹੈਗਾ ਤਾਣਾ ਬਾਣਾ ਉਹ ਇੱਥੇ ਤੇ ਹੂ ਫਿੱਟ ਹੀ ਨਹੀਂ ਸੀ ਬੈਠਦਾ ਕਿ ਇੱਥੇ ਤਾਂ 13,000 ਪਿੰਡਾਂ ਦੇ ਵਿੱਚ ਜੇ ਮੁਹੱਲੇ ਲੱਭੋਗੇ ਗਲੀਆਂ ਲੱਭੋਗੇ ਤਾਂ ਬਹੁਤ ਹੈ। ਸ਼ਹਿਰ ਵੱਖਰੇ ਨੇ। ਕਹਿਣ ਦਾ ਮਤਲਬ ਇਹ ਹੈ ਕਿ ਮੁਹੱਲਾ ਕਲੀਨਿਕ ਹੀ ਲੈ ਕੇ ਆਏ। ਤਾਂ ਮੁਹੱਲਾ ਕਲੀਨਿਕ ਬਾਰੇ ਪਹਿਲਾਂ ਇੱਕ ਚਰਚੇ ਸਨ। ਪਹਿਲਾਂ ਸਾਨੂੰ ਤੇ ਇਹ ਜਾਣਕਾਰੀ ਮਿਲੀ ਸੀ ਕਿ ਕੰਟੇਨਰਾਂ ਦੇ ਵਿੱਚ ਮੁਹੱਲਾ ਕਲੀਨਿਕ ਚਲਾਉਣਗੇ, ਕੰਟੇਨਰਾਂ ਦੇ ਵਿੱਚ। ਤੇ ਆਹ ਚੀਜ਼ ਜਿਹੜੀ ਹੈ ਉਹ ਪਹਿਲਾਂ ਪਤਾ ਲੱਗ ਗਈ ਸੀਗੀ ਕਿ ਇਹਨਾਂ ਨੇ ਇਸ ਤਰ੍ਹਾਂ ਕਰਨਾ ਹੈ ਕਿ ਡਾਕਟਰ ਜਿਹੜੇ ਆ ਹਾਇਰ ਕਰਨਗੇ ਕਮਿਸ਼ਨ ਤੇ। ਤਾਂ ਉਹ ਵੀ ਜਿਹੜੇ ਮੁਹੱਲਾ ਕਲੀਨਿਕ ਆ ਇਹਨਾਂ ਨੇ ਮੇਰੇ ਖਿਆਲ ਦੇ ਨਾਲ ਕਿਹਾ ਅਸੀਂ 15 ਅਗਸਤ ਤੱਕ 70 ਕਿ 75 ਚਲਾਉਣੇ ਨੇ। ਜੇ ਸਾਲ ਦੇ ਵਿੱਚ 75 ਚਲਾਉਣਗੇ ਤਾਂ ਮੇਰੇ ਖਿਆਲ ਦੇ ਨਾਲ ਇਹ ਤੇ ਜੇ 5 ਸਾਲ ਦੇਖੀਏ ਤਾਂ ਬਹੁਤ ਥੋੜੇ ਹੋ ਜਾਣੇ। ਮੁਹੱਲੇ ਦੇ ਵਿੱਚ ਕਲੀਨਿਕ ਕਿੱਥੇ ਖੁੱਲਣੀ ਆ। ਤਾਂ ਹੁਣ ਜਿੰਨੀ ਕੁ ਗੱਲ ਨਿਕਲ ਕੇ ਆ ਰਹੀ ਹੈ ਜਿਹਦੀ ਪੁਸ਼ਟੀ ਵੀ ਕੀਤੀ ਆ ਸਿਹਤ ਮੰਤਰੀ ਜੀ ਨੇ, ਇਹਦੇ ਵਿੱਚ ਹੁਣ ਕੀ ਹੈ ਕਿ ਡਾਕਟਰਾਂ ਨੂੰ 50 ਰੁਪਏ ਪ੍ਰਤੀ ਮਰੀਜ਼ ਚੈੱਕ ਦਾ ਮਤਲਬ ਕਿ ਜਿਹੜੀ ਉਹ ਜਾਂਚ ਕਰਨਗੇ ਕਿਸੇ ਵੀ ਮਰੀਜ਼ ਦੀ ਤਾਂ 50 ਰੁਪਏ ਪ੍ਰਤੀ ਮਰੀਜ਼, ਫਾਰਮਾਸਿਸਟ ਨੂੰ 12 ਰੁਪਏ ਤੇ ਕਲੀਨਿਕ ਸਹਾਇਕ ਨੂੰ 11 ਰੁਪਏ ਪਰ ਪੇਸ਼ੈਂਟ। ਇਸ ਤਰ੍ਹਾਂ ਕਮਿਸ਼ਨ ਤੇ ਰੱਖਿਆ ਜਾਏਗਾ। ਤੇ ਜਿਹੜੇ ਸਿਹਤ ਮਹਿਕਮੇ ਦੇ ਨੈਸ਼ਨਲ ਹੈਲਥ ਮਿਸ਼ਨ ਕੰਮ ਕਰਦੇ ਆ ਇਸ ਮਹਿਕਮੇ ਦੇ ਵਿੱਚ ਉਹ 231 ਨਵੇਂ ਮੈਡੀਕਲ ਅਫਸਰ ਜਿਹੜੇ ਭਰਤੀ ਕਰਨਗੇ, ਜਿਨ੍ਹਾਂ ਨੂੰ ਭਰਤੀ ਕਰਨ ਤੋਂ ਪਹਿਲਾਂ ਸਰਕਾਰ ਵੱਲੋਂ ਤਨਖਾਹ ਦੇਣ ਦੀ ਸ਼ਰਤ ਹਟਾ ਦਿੱਤੀ ਗਈ। ਸਮਝੇ ਨਾ ਕਿ ਤਨਖਾਹ ਕੋਈ ਨਹੀਂ ਹੈ, ਤਨਖਾਹ ਦੀ ਸ਼ਰਤ ਹੀ ਹਟਾ ਦਿੱਤੀ ਗਈ ਹੈ। ਤੇ ਭਰਤੀ ਮੌਕੇ ਜਾਰੀ ਕੀਤੀ ਗਈ ਹਦਾਇਤ ਵਿੱਚ ਸਾਫ਼ ਕਰ ਦਿੱਤਾ ਗਿਆ ਕਿ ਕਿਸੇ ਵੀ ਡਾਕਟਰ ਨੂੰ ਕੋਈ ਤਨਖਾਹ ਨਹੀਂ ਦਿੱਤੀ ਜਾਏਗੀ, ਸਗੋਂ ਉਹਨਾਂ ਨੂੰ ਪਰ ਪੇਸ਼ੈਂਟ ਅਦਾਇਗੀ ਕੀਤੀ ਜਾਏਗੀ। ਤੇ ਡਾਕਟਰਾਂ ਨੂੰ ਜਿਹੜੇ ਮੁਹੱਲਾ ਕਲੀਨਿਕ ਵਿੱਚ ਤੈਨਾਤ ਕੀਤਾ ਜਾਏਗਾ ਉਸ ਮੁਹੱਲਾ ਕਲੀਨਿਕ ਵਿੱਚ ਇਲਾਜ ਕਰਵਾਉਣ ਲਈ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਅਨੁਸਾਰ ਹੀ ਡਾਕਟਰ ਨੂੰ ਅਦਾਇਗੀ ਕੀਤੀ ਜਾਏਗੀ, ਜਿਹੜੀ ਕਿ ਮੈਂ ਤੁਹਾਨੂੰ ਦੱਸ ਦਿੱਤੀ ਹੈ। ਔਰ ਦੂਜੇ ਪਾਸੇ ਇਹ ਵੀ ਨਾਲ ਇਹਦੇ ਵਿੱਚ ਪ੍ਰਬੰਧ ਕੀਤਾ ਗਿਆ ਹੈ ਕਿ 75 ਤੋਂ ਜ਼ਿਆਦਾ ਜੇ ਮਰੀਜ਼ ਆਏ ਤੇ ਮਰੀਜ਼ਾਂ ਦਾ ਫਿਰ ਆਡਿਟ ਹੋਏਗਾ। ਆਡਿਟ ਮਤਲਬ ਕਿ ਕਿਤੇ ਫਰਜ਼ੀ ਮਰੀਜ਼ ਤੇ ਨਹੀਂ ਡਾਕਟਰ ਸਾਹਿਬ ਬਣਾ ਕੇ ਲੈ ਕੇ ਆ ਰਿਹਾ ਜਾਂ ਕਾਗਜ਼ਾਂ ਤੇ ਨਹੀਂ ਪਾਈ ਜਾ ਰਿਹਾ। ਇਹ ਵੀ ਹੁਣ ਰੱਟਾ ਮਤਲਬ ਕਿ 75 ਤੋਂ ਥੱਲੇ 74 ਕਰ ਲਓ, ਕੋਈ ਚੱਕਰ ਨਹੀਂ ਹੈਗਾ। ਜੇ 75 ਤੋਂ ਜ਼ਿਆਦਾ ਹੈ ਫੇਰ ਹਿਸਾਬ ਕਿਤਾਬ ਜਿਹੜਾ ਹੈ ਉਹ ਕੀਤਾ ਜਾਏਗਾ। ਤਾਂ ਇਸ ਤਰ੍ਹਾਂ ਹੈ। ਅੱਗੇ ਵੀ ਸਵਾਲ ਕਈਆਂ ਨੇ ਸਿਆਸੀ ਵਿਰੋਧੀਆਂ ਨੇ ਚੁੱਕੇ ਨੇ ਕਿ ਬਈ ਇੱਥੇ ਜਿਹੜੀਆਂ ਡਿਸਪੈਂਸਰੀਆਂ ਵਗੈਰਾ ਚੱਲਦੀਆਂ ਸੀ ਜੇ ਤੁਸੀਂ ਉਹਨਾਂ ਨੂੰ ਮਜ਼ਬੂਤ ਕਰ ਲੈਂਦੇ, ਪੱਟਾ ਹੀ ਲਾਉਣਾ ਸੀਗਾ ਤੇ ਆਪਦਾ ਸਰਕਾਰ ਦਾ ਲਾ ਲੈਂਦੇ ਤਾਂ ਬਿਹਤਰ ਸੀਗਾ। ਤਾਂ ਹੁਣ ਤੁਸੀਂ ਦੇਖ ਲਓ ਕਿ ਕਿਸ ਤਰੀਕੇ ਦੇ ਨਾਲ
ਸ਼ੁਰੂਆਤੀ ਰੁਝਾਨ, ਜਿਵੇਂ ਇਲੈਕਸ਼ਨ ਦੇ ਨਤੀਜਿਆਂ ਦੇ ਸ਼ੁਰੂਆਤੀ ਰੁਝਾਨ ਆਉਂਦੇ ਆ, ਤੇ ਮੁਹੱਲਾ ਕਲੀਨਿਕ ਦੇ ਸ਼ੁਰੂਆਤੀ ਰੁਝਾਨ ਆ ਗਏ। ਆਈਡੀਆ ਤੇ ਦਿੱਲੀ ਬੇਸ ਹੈ, ਪਰੰਤੂ ਇੱਥੇ ਚੱਲਣਾ ਨਹੀਂ, ਕਿਉਂਕਿ ਇੱਕ ਪਿੰਡ ਦੇ ਵਿੱਚ ਕਿੰਨੇ ਕਿੰਨੇ ਮੁਹੱਲੇ ਨੇ। ਔਰ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ 75 ਵਾਲੀ ਵੀ 75 ਦੀ ਥਾਂ ਤੇ 74 ਕਰ ਲਓ, ਤੇ ਜਿਹੜੀ ਪਰਚੀ ਲੈ ਕੇ ਦੇਣੀ ਹੈ, ਪ੍ਰਸਕ੍ਰਿਪਸ਼ਨ ਜਿਹੜੀ ਲੈ ਕੇ ਦੇਣੀ ਹੈ, ਉਹ ਦਵਾਈ ਉਹੀ ਡਾਕਟਰ ਦੇਣਗੇ ਕਿ ਜਾਂ ਉਹ ਜਾ ਕੇ ਮੈਡੀਕਲ ਸਟੋਰ ਤੋਂ ਲੈਣੀ ਹੈ? ਨਹੀਂ, ਦੇਖੋ ਇਹਦੇ ਚ ਗੱਲ ਕੀ ਹੈ ਕਿ ਹੁਣ ਸਾਫ਼ ਜਦੋਂ ਹੋਏਗਾ ਕੋਈ ਨੋਟੀਫਿਕੇਸ਼ਨ ਸਾਰਾ ਡਿਟੇਲਡ ਪੜਾਂਗੇ ਤਾਂ ਫਿਰ ਪਤਾ ਲੱਗੇਗਾ। ਪਰ ਦਵਾਈ ਦੇਖੋ, ਦਵਾਈ ਡਾਕਟਰ ਨੇ ਥੋੜੀ ਆਪਣੇ ਕੋਲੋਂ ਦੇਣੀ ਹੈ ਉਹਨਾਂ 50 ਰੁਪਈਆਂ ਨਹੀਂ, ਮੇਰਾ ਕਹਿਣ ਤੋਂ ਭਾਵ ਕਿ ਹੁਣ ਇਹਦੇ ਵਿੱਚ ਫਾਰਮਾਸਿਸਟ ਵੀ ਬੈਠੇਗਾ ਤਾਂ ਕਲੀਨਿਕ ਸਹਾਇਕ ਵੀ ਬੈਠੇਗਾ, ਇਹ ਹੋਣਗੇ 3। ਪਰ ਕਿਤੇ ਵੀ ਆਪਾਂ ਜੇ ਦੇਖੀਏ ਤਾਂ ਇਹ ਜ਼ਿਕਰ ਤੇ ਨਹੀਂ ਹੈ, ਬਟ ਫਾਰਮਾਸਿਸਟ ਦੀ ਜਿਹੜੀ ਕਹਿ ਲਓ ਉੱਥੇ ਹੈਗੀ ਹਾਜ਼ਰੀ, ਹੋ ਸਕਦਾ ਕਿ ਦਵਾਈ ਦੱਪਾ ਥੋੜਾ ਬਹੁਤਾ ਹੋਵੇ ਉੱਥੇ। ਜੀ 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 ਲੋੜੀਂਦੀ ਕੋਈ ਮਲਰਾਈ। ਚਲੋ 9058131320 905-813-1320 ਤੇ ਤੁਸੀਂ ਦੋਸਤੋ ਕਾਲ ਕਰ ਸਕਦੇ ਹੋ। ਇੱਕ ਹੋਰ ਖਬਰ ਹੈ ਕਿ ਭਾਜਪਾ ਦੇ ਸਾਬਕਾ ਵਿਧਾਇਕ ਦੇ ਪਤਾ ਲੱਗਾ ਹੈ ਕਿ ਮੁੰਡੇ ਤੇ ਕੇਸ ਨੇ ਹੁਣ ਨਵਾਂ ਹੀ ਭੜਥੂ ਪਾ ਦਿੱਤਾ ਪੁਆੜਾ। ਕੀ ਕਹਿਣਾ ਚਾਹੋਗੇ? ਹਾਂਜੀ, ਦੇਖੋ ਇਹ ਦਿਨੇਸ਼ ਬੱਬੂ ਜੀ ਹੈਗੇ ਆ, ਭਾਰਤੀ ਜਨਤਾ ਪਾਰਟੀ ਦੇ ਕਾਫੀ ਪੁਰਾਣੇ ਨੇਤਾਵਾਂ ਚ ਇੱਕ ਨੇ, ਤੇ ਇਹਨਾਂ ਦੇ ਮੁੰਡੇ ਤੇ ਪਰਚਾ ਪਾਇਆ ਗਿਆ, ਮੁੰਡੇ ਤੇ ਪਰਚਾ ਪਾਇਆ ਗਿਆ ਤੇ ਪੁੱਤਰ ਦੇ ਖਿਲਾਫ ਕੇਸ ਜਿਹੜਾ ਦਰਜ ਹੋਇਆ, ਉਹਦੇ ਵਿੱਚ ਕੀ ਸੀਗਾ ਕਿ ਦਰਅਸਲ ਇਹ ਸਾਬਕਾ ਵਿਧਾਇਕ ਦਿਨੇਸ਼ ਬੱਬੂ ਜੀ ਵੱਲੋਂ ਪਠਾਨਕੋਟ ਦੇ APK ਰੋਡ ਤੇ 18 ਮਰਲੇ ਕੋਈ ਜ਼ਮੀਨ ਦਾ ਟੋਟਾ ਖਰੀਦਿਆ ਗਿਆ ਸੀ। ਤਾਂ ਉਸ ਖਰੀਦ ਤੋਂ ਬਾਅਦ ਜਦੋਂ ਉਹਨਾਂ ਨੇ ਆਪਣੀ ਜਗ੍ਹਾ ਦੇ ਵਿੱਚ, ਹੁਣ ਜਿਹੜੀ ਬੰਦੇ ਨੇ ਜਗ੍ਹਾ ਖਰੀਦੀ ਉਹਦੀ ਮਾਲਕੀਅਤ ਹੋ ਗਈ, ਤਾਂ ਜਦ ਉਹਨਾਂ ਨੇ 4 ਦੀਵਾਰੀ ਕਰਨੀ ਉੱਥੇ ਸ਼ੁਰੂ ਕੀਤੀ ਤਾਂ ਇਸ ਗੱਲ ਤੋਂ ਝਗੜਾ ਹੋ ਗਿਆ। ਮਤਲਬ ਕਿ ਕਿਸੇ ਨੇ ਗੱਲ ਕੋਈ ਕਰਤੀ ਹੋਣੀ ਹੈ ਕਲੇਮ ਕਿ ਹਾਂਜੀ ਇਹ ਸਾਡਾ ਜਗ੍ਹਾ ਦਾ ਜਿੱਦਾਂ ਰੌਲਾ ਹੁੰਦਾ, ਰੌਲਾ ਪੈ ਜਾਂਦਾ, ਤਾਂ ਵਿਰੋਧੀ ਪਾਰਟੀ ਨੇ ਮਤਲਬ ਕਿ ਉਹਨਾਂ ਤੇ ਕਹਿੰਦੇ ਕਿ ਪਰਚਾ ਕਰਵਾ ਦਿੱਤਾ। ਉਹਨਾਂ ਤੇ ਨਹੀਂ, ਸਗੋਂ ਉਹਨਾਂ ਦਾ ਬੇਟਾ ਜਿਹੜਾ ਸ਼ਿਵਨੰਦਨ ਠਾਕੁਰ, ਉਹਦੇ ਉੱਤੇ ਕੇਸ ਦਰਜ ਕਰਵਾ ਦਿੱਤਾ ਤੇ ਉਹਦੇ ਖਿਲਾਫ ਧਾਰਾ ਲਾ ਦਿੱਤੀ 447, 506, 149 ਏਦਾਂ ਕਰਕੇ, ਤੇ ਨਾਲ ਹੋਰ ਜੋੜ ਦਿੱਤੀਆਂ 454, 427, 511। ਪਰ ਕਮਾਲ ਦੀ ਗੱਲ ਇਹ ਹੋਈ ਕਿ ਜਿਹੜਾ ਇਹ ਮੁੰਡਾ ਸੀਗਾ ਸ਼ਿਵਨੰਦਨ ਠਾਕੁਰ, ਇਹ ਉਸ ਦਿਨ ਪੂਨੇ ਦੇ ਵਿੱਚ ਸੀਗਾ, ਇਹ ਉੱਥੇ ਪੜ੍ਹਦਾ ਵਾ। ਤਾਂ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਵੀ ਮਗਰੋਂ ਇਹ ਗੱਲ ਸਾਬਤ ਹੋ ਗਈ ਕਿ ਮੁੰਡਾ ਤੇ ਉਸ ਦਿਨ ਇੱਥੇ ਪੰਜਾਬ 'ਚ ਨਹੀਂ ਸੀਗਾ। ਹੁਣ ਇਸ ਗੱਲ ਨੂੰ ਲੈ ਕੇ ਬਹੁਤ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਬਈ ਅੰਨ੍ਹੇਵਾਹ ਮਤਲਬ ਇਸ ਤਰ੍ਹਾਂ ਦਾ ਜਿਹੜਾ ਕੋਈ ਪਰਚਾ ਦਰਜ ਕਰਦੀ ਹੈ ਪੁਲਿਸ, ਕਿ ਉਹਦੀ ਕਾਰਜ ਪ੍ਰਣਾਲੀ ਹੀ ਇਸੇ ਤਰ੍ਹਾਂ ਦੀ ਹੈ, ਪ੍ਰੋਫੈਸ਼ਨਲ ਅਪਰੋਚ ਹੀ ਇਸੇ ਤਰ੍ਹਾਂ ਦੀ ਹੈ, ਜਾਂ ਫਿਰ ਪੋਲੀਟੀਕਲ ਕੋਈ ਦਬਾਅ ਰਹਿੰਦਾ ਹੈ। ਦੇਖੋ ਮਾਮਲਾ ਕਿਸੇ ਭਾਰਤੀ ਜਨਤਾ ਪਾਰਟੀ ਜਾਂ ਕਾਂਗਰਸੀ ਦਾ ਨਹੀਂ ਹੁੰਦਾ, ਆਮ ਆਦਮੀ ਪਾਰਟੀ ਵਾਲੇ ਦਾ ਨਹੀਂ ਹੁੰਦਾ। ਗੱਲ ਤੇ ਇਹ ਆ ਨਾ ਕਿ ਤੁਸੀਂ ਜਦੋਂ ਵੀ ਕਿਸੇ ਨੂੰ ਪਰਚੇ 'ਚ ਨਾਮਜ਼ਦ ਕਰਨਾ, ਕਿਉਂਕਿ ਨਾਮਜ਼ਦ ਹੋਣ ਦਾ ਮਤਲਬ ਇਹ ਹੁੰਦਾ ਕਿ ਉਸ ਤੋਂ ਬਾਅਦ ਤੁਹਾਡੇ ਲਈ ਇੱਕ ਵਾਰੀ ਸਾਰਾ ਕੁਝ ਖਤਮ, ਤੁਸੀਂ ਆਪਣੇ ਆਪ ਨੂੰ ਬੇਗੁਨਾਹ ਬੇਦੋਸ਼ੀ ਸਾਬਤ ਕਰਨਾ ਕੋਰਟ 'ਚ ਜਾ ਕੇ, ਤੁਹਾਡੀ ਜ਼ਿੰਮੇਵਾਰੀ ਹੈ। ਪਰ ਉਦੋਂ ਤੱਕ ਨਾ ਜੌਬ, ਨਾ ਕੁਛ, ਨਾ ਲੈਣਾ, ਨਾ ਕੁਛ ਦੇਣਾ, ਨਾ ਪਾਸਪੋਰਟ, ਕੁਛ ਵੀ ਨਹੀਂ, ਖਤਮ ਹੈ ਸਾਰੀ ਖੇਡ। ਤਾਂ ਕਮ ਸੇ ਕਮ ਨਾਮਜ਼ਦ ਕਰਨ ਲੱਗਿਆ ਪਰਚੇ ਦੇ ਵਿੱਚ ਕੁਛ ਤਾਂ ਦੇਖੇ ਬੰਦਾ ਅੱਖਾਂ ਖੋਲ ਕੇ। ਪਰ ਜੇ ਉਹਨਾਂ ਨੇ ਕਿਸੇ ਪੋਲੀਟੀਕਲ ਪ੍ਰੈਸ਼ਰ ਦੇ ਤਹਿਤ ਇਹ ਪਰਚਾ ਪਾ ਦਿੱਤਾ, ਇਹ ਵੀ ਗੱਲ ਵੇਖਣ ਵਾਲੀ ਹੈ। ਤੇ ਫਿਰ ਉਹੀ ਕੁਛ ਚੱਲ ਰਿਹਾ, ਜਿਹਨੂੰ ਨਿੰਦ ਕੇ, ਜਿਹਨੂੰ ਬਦਲ ਦਾ ਦਾਵਾ ਕਰਕੇ ਸੱਤਾ ਹਾਸਲ ਕੀਤੀ ਗਈ ਹੈ ਮੌਜੂਦਾ ਸੱਤਾਧਾਰੀ ਧਿਰ ਵੱਲੋਂ। ਤਾਂ ਇਸ ਕਰਕੇ ਇਹ ਪਰਚੇ ਦੇ ਬੜੇ ਚਰਚੇ ਆ। ਉਹ ਕਹਿੰਦੇ ਆ ਕਿ ਮੇਰੇ ਪੁੱਤਰ ਦਾ ਕੇਸ ਨਾਲ ਕੋਈ ਸੰਬੰਧ ਹੀ ਹੈ ਨਹੀਂਗਾ, ਤਾਂ ਕੋਈ ਹਾਜ਼ਰੀ ਜਿਹੜੀ ਆ ਉਹਦੀ ਇੱਥੇ ਹੈ ਵੀ ਨਹੀਂ, ਕਿਉਂਕਿ ਕਹਿੰਦੇ ਆ ਕਿ ਪੁਲਿਸ ਨੇ ਬਾਅਦ ਦੇ ਵਿੱਚ ਜਦੋਂ ਇਨਵੈਸਟੀਗੇਸ਼ਨ ਕੀਤਾ, ਸਾਰੀ ਉਹਨਾਂ ਨੇ ਜਾਂਚ ਪੜਤਾਲ ਕੀਤੀ, ਤੇ ਉਹਦੇ ਵਿੱਚ ਉਹ ਮੁੰਡਾ ਵਾਕਈ ਪੁਣੇ ਦੇ ਵਿੱਚ ਸੀਗਾ। ਮੈਂ ਨਾ ਰਾਤੀ ਇੱਕ ਵੀਡੀਓ ਕਿਸੇ ਨੇ ਭੇਜੀ, ਇੱਕ ਜੱਜ ਸਾਹਿਬ ਸਰਦਾਰ ਜੀ ਸੀ, ਉਹ ਇੱਕ ਪੁਲਿਸ ਵਾਲੇ ਚੰਗਾ ਵੱਡਾ ਆਫੀਸਰ ਸੀ ਪੁਲਿਸ ਵਾਲਾ, ਲੜਕੀ ਦੇ ਰੇਪ ਦਾ ਹੀ ਮਾਮਲਾ ਸੀ ਕਿ ਲੜਕੀ ਆਪਣੀ ਸਹਿਮਤੀ ਦੇ ਨਾਲ ਜਾਂਦੀ ਹੈ,
ਉਹ ਜੱਜ ਸਾਹਿਬ ਪੁੱਛਦੇ ਪਏ ਨੇ ਪੁਲਿਸ ਅਫਸਰ ਕੋਲੋਂ ਵੀ ਲਿਆ ਆਪਣੀ ਡਾਇਰੀ ਦੇ ਮੈਨੂੰ, ਡਾਇਰੀ ਦੇ ਵਿੱਚ ਜਿਹੜੇ ਜਿਹੜੇ ਉਹ ਪੁਆਇੰਟ ਦੱਸਦੇ ਨੇ, ਕੁਝ ਕੁ ਪੁਆਇੰਟ ਨੂੰ ਛੱਡ ਕੇ ਸਾਰੇ ਪੁਆਇੰਟਾਂ ਦੇ ਜਵਾਬ ਪੁਲਿਸ ਅਫਸਰ ਨਹੀਂ ਦੇ ਸਕਿਆ। ਮਤਲਬ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਮਤਲਬ ਤੁਹਾਡੀ ਜਿਹੜੀ ਮਤਲਬ ਗੱਲਬਾਤ ਦੇ ਵਿੱਚ ਕਿ ਉਹ ਉੱਥੇ ਹੈ ਹੀ ਨਹੀਂ, ਵੀ ਕਿਤੇ ਕਿਸੇ ਦੇ ਇਸ਼ਾਰੇ 'ਤੇ ਕਿਸੇ ਦੀ ਸ਼ਹਿ 'ਤੇ ਕੇਸ ਜਿਹੜੇ ਨੇ ਉਹ ਪਾਏ ਜਾਂਦੇ ਨੇ। ਪਹਿਲਾਂ ਵੀ ਪੈਂਦੇ ਸੀ, ਲੜਾਈ ਕਿਸੇ ਦੀ ਹੋਈ ਹੁੰਦੀ ਸੀਗੀ ਤੇ ਆਂਢੀਆਂ ਗੁਆਂਢੀਆਂ ਨੂੰ ਵਿੱਚ ਐਵੇਂ ਧਰ ਲਿਆ ਜਾਂਦਾ ਸੀਗਾ, ਰਿਸ਼ਤੇਦਾਰਾਂ ਨੂੰ ਵਿੱਚ ਐਵੇਂ ਧਰ ਲਿਆ ਜਾਂਦਾ ਸੀਗਾ ਵੀ ਆ ਜਾਓ, ਕੁਛ ਨਾ ਕੁਛ ਤੇ ਨਿਕਲੂਗਾ ਇਹਨਾਂ ਵਿੱਚੋਂ, ਕੁਛ ਨਾ ਕੁਛ ਤੇ ਮਿਲੂਗਾ ਹੀ ਨਾ। ਪਰ ਹੁਣ ਆਹ ਜਿਹੜਾ ਕੇਸ ਆ ਵੇਖ ਲਓ ਇਹਨੇ ਕਿਵੇਂ ਪਰਤਾਂ ਖੋਲੀਆਂ ਨੇ ਕਿ ਮੁੰਡਾ ਉੱਥੇ ਹੈ ਹੀ ਨਹੀਂ। ਹੁਣ ਭਾਜਪਾ ਦਾ ਆਪਣਾ ਹੋਵੇ ਰਾਜ ਤੇ ਸਾਬਕਾ ਵਿਧਾਇਕ ਹੋਵੇ, ਉਹਦੇ ਮੁੰਡੇ ਤੇ ਕੇਸ ਪੈ ਗਿਆ ਹੋਵੇ। ਚਲੋ ਸਪੀਕਰ ਸਾਹਿਬ ਜਿਹੜੀ ਹੁਣ ਮੈਨੂੰ ਜੀ ਵੈਸੇ ਜਿਹੜੇ ਸ਼ਬਦ ਆ ਜਿੰਨੇ ਉਹਨਾਂ ਨੇ ਗਿਣ ਦਿੱਤੇ ਆ, ਲਿਖ ਦਿੱਤੇ ਆ, ਤੇ ਕੋਈ ਵੀ ਮੈਂਬਰ ਪਾਰਲੀਮੈਂਟ ਜਦੋਂ ਬੋਲੂਗਾ ਮਤਲਬ ਉਹਨਾਂ ਨੇ ਬਾਅਦ 'ਚ ਤੇ ਕਹਿਤਾ ਕੋਈ ਪਾਬੰਦੀ ਨਹੀਂ ਵੀ ਤੁਸੀਂ ਇਹਨੂੰ ਬੋਲਣਾ ਕਿ ਤਰੀਕੇ ਨਾਲ ਬੋਲ ਸਕਦੇ ਹੋ। ਇੰਨੇ ਸਾਰੇ ਲਫ਼ਜ਼ਾਂ ਦੇ ਉੱਤੇ ਪਾਬੰਦੀ, ਰੋਕ, ਪਹਿਲਾਂ ਤਾਂ ਸ਼ਬਦ ਪੜ੍ਹੋ ਕਿੰਨੇ ਸਾਰੇ ਨੇ। ਤੇ ਜੇ ਕੋਈ ਹਵਾਲਾ ਦੇਣਾ ਵਾ, ਕਿਸੇ ਗੁਨਾਹਗਾਰ ਦਾ ਹਵਾਲਾ ਦੇਣਾ, ਜਾਂ ਕਿਸੇ ਨੇ ਕੋਈ ਮਤਲਬ ਕਹਿ ਲਓ ਕਿ ਜਿੱਦਾਂ ਜੁਮਲਾ ਲਫ਼ਜ਼ ਵੀ ਨਹੀਂ ਵਰਤ ਸਕਦੇ, ਹੋਰ ਕਈ ਲਫ਼ਜ਼ ਨਹੀਂ ਵਰਤ ਸਕਦੇ, ਪਰ ਹੁਣ ਕਹਿੰਦੇ ਨੇ ਕਿਸੇ ਸ਼ਬਦ ਤੇ ਕੋਈ ਪਾਬੰਦੀ ਨਹੀਂ। ਜੇ ਪਾਬੰਦੀ ਨਹੀਂ ਤੇ ਫਿਰ ਇੰਨਾ ਵਾਵ ਰੌਲਾ ਕਿਉਂ ਪਿਆ ਜੀ? ਦੇਖੋ ਇਹ ਕੀ ਹੈ ਕਿ ਜਿਹੜਾ ਨਿਯਮ ਹੈ ਨਾ ਸੰਵਿਧਾਨ ਦੀ ਧਾਰਾ 105 ਦਾ ਉਪਬੰਧ 2 ਆ, ਉਹਦੀ ਮਤਲਬ ਕਿ ਇਹਦੇ 'ਚ ਚਰਚਾ ਕਰਨੀ ਬਹੁਤ ਜ਼ਰੂਰੀ ਹੈ। ਹਾਂ, ਤਾਂ ਉਹਦੇ ਵਿੱਚ ਸਾਫ਼ ਤੌਰ ਤੇ ਇੱਕ ਡਾਇਰੈਕਸ਼ਨ ਹੈ ਕਿ ਸੰਸਦ ਦੇ ਮੈਂਬਰਾਂ ਨੂੰ ਬਹਿਸ ਦੌਰਾਨ ਇਹੋ ਜਿਹੇ ਕੋਈ ਵੀ ਸ਼ਬਦ ਵਰਤਣ ਦੀ ਆਜ਼ਾਦੀ ਨਹੀਂ ਹੈ ਜਿਹੜੇ ਕਿ ਮਤਲਬ ਜਿੱਦਾਂ ਲਾ ਲਓ ਕਿ ਸੰਵੇਦਨਸ਼ੀਲ ਨਾ ਹੋਣ, ਗੈਰ ਜ਼ਰੂਰੀ ਹੋਣ, ਅਪਮਾਨਜਨਕ ਹੋਣ, ਯਾਨੀ ਕਿਸੇ ਦੀ ਬੇਇੱਜ਼ਤੀ ਕਰਨ ਵਾਲੇ, ਜਾਂ ਗੈਰ ਸੰਸਦੀ। ਪਾਰਲੀਮੈਂਟਰੀ ਇੱਕ ਆਪਣੀ ਇੱਕ ਭਾਸ਼ਾ ਦੀ ਮਰਿਆਦਾ ਹੈ। ਤਾਂ ਇਸ ਤਰ੍ਹਾਂ ਉਹ ਨਿਯਮ ਹੈ ਆਲਰੇਡੀ, ਤੁਹਾਡੇ ਕੋਲ ਨਿਯਮ ਹੈ। ਜਦੋਂ ਤੁਹਾਡੇ ਕੋਲ ਨਿਯਮ ਹੈ, ਤੁਹਾਡੇ ਵਰਗਿਆਂ ਨੂੰ ਵੀ ਪਤਾ, ਤੁਹਾਡੇ ਕੋਲ ਜਦ ਨਿਯਮ ਆ, ਤੁਸੀਂ ਖੁਦ ਕਸਟੋਡੀਅਨ ਹੋ ਸਪੀਕਰ ਸਾਹਿਬ, ਤਾਂ ਫਿਰ ਇਸ ਤਰ੍ਹਾਂ ਦੇ ਮੈਨੂੰ ਨਹੀਂ ਲੱਗਦਾ ਕਿ ਦੁਬਾਰਾ ਤੋਂ ਸੰਗ੍ਰਹਿ ਨੂੰ ਤੁਸੀਂ ਰਿਵਾਈਜ਼ ਕਰੋ, ਉਹਨੂੰ ਦੁਬਾਰਾ ਤੋਂ ਸੋਧੋ, ਕਿਉਂਕਿ ਸੰਗ੍ਰਹਿ ਹੈਗਾ, ਕੁਛ ਸ਼ਬਦਾਂ ਦਾ ਸੰਗ੍ਰਹਿ ਹੈਗਾ, ਇਹਦੇ 'ਚ ਕੁਛ ਨਹੀਂ ਹੈਗਾ। ਇਹ ਤਾਂ ਐਵੇਂ ਗੱਲਾਂ ਜਿਹੜੀਆਂ ਕੁਛ ਪੱਤਰਕਾਰ ਵੀ ਅੱਧੀਆਂ ਅਧੂਰੀਆਂ ਛੱਡ ਦਿੰਦੇ ਆ। 1999 'ਚ ਕਿਤਾਬ ਛਪੀ ਹੋਈ ਹੈ ਜਿਸ ਦਾ ਨਾਂ ਹੈਗਾ, ਮੈਂ ਤੁਹਾਨੂੰ ਦੱਸ ਵੀ ਦੇਣਾ, ਇੱਥੇ ਗੂਗਲ ਕਰ ਲਿਓ, ਅਨਪਾਰਲੀਮੈਂਟਰੀ ਐਕਸਪ੍ਰੈਸ਼ਨ। ਸੋ ਉਹ ਕਿਤਾਬ ਹੈ, ਉਹਦੇ ਵਿੱਚ ਮਤਲਬ ਕਿ ਕਾਫੀ ਪੰਨੇ ਹੈਗੇ ਨੇ। ਸਪੀਕਰ ਨੇ ਵੀ ਕੱਲ ਸ਼ਾਇਦ ਜ਼ਿਕਰ ਕੀਤਾ ਸੀਗਾ ਕਿ 2004 ਦੇ ਨਵੇਂ ਐਡੀਸ਼ਨ ਦੇ ਵਿੱਚ ਉਹ ਪੰਨੇ ਜਿਹੜੇ ਵੱਧ ਕੇ 900 ਹੋ ਗਏ। ਤਾਂ ਪਰ ਤੁਸੀਂ ਉਹਨੂੰ ਨਵੇਂ ਸਿਰੇ ਤੋਂ ਮਤਲਬ ਕਿ ਇਹੋ ਜਿਹੇ ਸ਼ਬਦ ਪਾਈ ਜਾਂਦੇ। ਹੁਣ ਜਿਵੇਂ ਉਹਦੇ 'ਚ ਇੱਕ ਸ਼ਬਦ ਹੈ ਲੋਲੀਪੌਪ। ਲੋਲੀਪੌਪ ਸ਼ਬਦ ਤੋਂ ਕੀ ਭਾਵ ਆ ਕਿ ਕੋਈ ਵੀ ਬੰਦਾ, ਉਹਨੂੰ ਇਸ ਸੰਦਰਭ 'ਚ ਲਿਆ ਜਾਂਦਾ ਹੈ ਕਿ ਕੋਈ ਵੀ ਲੀਡਰ ਜਦੋਂ ਲਾਰੇ ਲਾਉਂਦਾ ਤੇ ਆਪਾਂ ਕਹਿੰਦੇ ਕਿ ਇਹ ਸਿਆਸਤਦਾਨ ਯਾਰ ਫਲਾਣਾ ਲੋਲੀਪੌਪ ਦੇ ਰਿਹਾ ਹੈ। ਤੇ ਇਹਦਾ ਤਾਂ ਕੋਈ, ਮੈਨੂੰ ਨਹੀਂ ਲੱਗਦਾ ਕਿ ਕੋਈ ਇਹਦੇ 'ਚ ਕੋਈ ਹੈਗੀ ਆ ਕੋਈ ਭੱਦੀ ਸ਼ਬਦਾਵਲੀ ਹੈ, ਜਾਂ ਕੋਈ ਇਹਦੇ 'ਚ ਕਹਿ ਲਓ ਕਿ ਅਸ਼ਲੀਲਤਾ ਹੈ, ਕੁਝ ਵੀ ਨਹੀਂ ਇਹਦੇ 'ਚ। ਬਿਲਕੁਲ ਲੋਲੀਪੌਪ ਹੁੰਦਾ, ਬੱਚੇ ਨੂੰ ਦੇ ਦਿਓ, ਉਹ ਚੂਸੀ ਜਾਂਦਾ, ਉਹਦਾ ਜੀ ਲੱਗਾ ਰਹਿੰਦਾ, ਖੇਡਦਾ ਰਹਿੰਦਾ, ਮਿੱਠਾ ਮਿੱਠਾ। ਅਸੀਂ ਤਾਂ ਉਸ ਸੰਦਰਭ 'ਚ ਲੈਂਦੇ ਹਾਂ। ਤਾਂ ਕੁਝ ਇਹ ਚੀਜ਼ਾਂ ਐਵੇਂ ਮਤਲਬ ਕਿ ਹੈ। ਤੇ ਦੇਖੋ ਸਾਰਾ ਕੁਛ ਹੈ ਜਿਹੜਾ ਉਹ ਰਾਜਨੀਤੀ ਤੋਂ ਪ੍ਰੇਰਿਤ ਹੀ ਹੈ। ਤੇ ਆਹ ਨਹੀਂ ਬੋਲਣਾ, ਆਹ ਬੋਲਣਾ, ਅੱਜ ਕੱਲ ਪੂਰਾ ਤੈਅ ਕੀਤਾ ਜਾ ਰਿਹਾ, ਆਹ ਨਹੀਂ ਖਾਣਾ, ਆਹ ਖਾਣਾ ਹੈ। ਤੇ ਉਹ ਸਾਰਾ ਕੁਛ ਹੈ ਜਿਹੜਾ ਉੱਤੇ ਚੱਲਦਾ ਇੱਕ ਸਾਈਡ ਤੋਂ। ਪਰ ਗੱਲ ਕੀ ਹੈ ਕਿ ਤੁਸੀਂ ਇਸ ਤਰ੍ਹਾਂ ਦੀ ਪਾਬੰਦੀ ਲਾਉਂਦੇ ਚੰਗੇ ਹੀ ਨਹੀਂ ਲੱਗਦੇ, ਜਾਂ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਚੰਗੀਆਂ ਹੀ ਨਹੀਂ ਲੱਗਦੀਆਂ, ਕਿਉਂਕਿ ਤੁਹਾਡੇ ਕੋਲ ਅਧਿਕਾਰ ਹੈ ਹਜ਼ੂਰ, ਤੁਹਾਡੇ ਕੋਲ ਇੱਕ ਰਾਈਟ ਹੈ। ਤੁਸੀਂ ਕੋਈ ਵੀ ਸ਼ਬਦ ਜਿਹੜਾ ਹੈ ਨਾ ਉਹ ਹਟਾ ਸਕਦੇ ਹੋ ਕਾਰਵਾਈ 'ਚ। ਇਹ ਸ਼ਬਦ ਜਿਹੜਾ ਹੈ, ਜਿਵੇਂ ਮੈਂ ਕਿਹਾ ਕਿ ਅਨਪਾਰਲੀਮੈਂਟਰੀ, ਇਹ ਜਿਹੜਾ ਸ਼ਬਦ ਹੈ ਤੁਸੀਂ ਉਹਨੂੰ ਕਹਿ ਦਿੰਦੇ ਹੁੰਦੇ ਹੋ, ਅਕਸਰ ਸਪੀਕਰ ਬੋਲਦੇ ਹੁੰਦੇ ਆ ਕਿ ਇਹਨੂੰ ਸਪੰਜ ਕਰ ਦਿੱਤਾ ਜਾਵੇ। ਤਾਂ ਇਹ ਆ, ਵੈਸੇ ਜੇ ਰਿਕਾਰਡ ਤੋਂ ਸ਼ਬਦ ਹਟਾਉਣੇ ਵੀ ਹੋਣ ਤਾਂ ਉਹਦੀ ਇੱਕ ਅੱਡ ਤੋਂ ਪ੍ਰਕਿਰਿਆ ਹੈ। ਮੈਂ ਤੁਹਾਨੂੰ ਦੱਸ ਵੀ ਦਿੰਦਾ, ਉਹਦੀ ਨਿਯਮ 380 ਦੇ ਅਨੁਸਾਰ ਹੈ ਕਿ ਜੇਕਰ ਸਪੀਕਰ ਦੀ ਰਾਏ ਬਹਿਸ ਦੌਰਾਨ ਅਪਮਾਨਜਨਕ ਜਾਂ ਗੈਰ ਸੰਸਦੀ ਜਾਂ ਅਸ਼ਲੀਲ ਜਾਂ ਸੰਵੇਦਨਸ਼ੀਲ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ਤਾਂ ਉਹਨਾਂ ਨੂੰ ਸਦਨ ਤੋਂ ਹਟਾਉਣ ਦਾ ਹੁਕਮ ਦੇ ਸਕਦਾ ਹੈ। ਇੱਥੇ ਮੈਂ ਉਸ ਨਿਯਮ ਦਾ ਵੀ ਹਵਾਲਾ ਦੇ ਦਿੱਤਾ, 380 ਹੈ ਤੇ 381 ਜਿਹੜਾ ਆ ਜਾਏਗਾ ਅੱਗੇ, ਕਿਉਂਕਿ ਇਹ ਲੰਮਾ ਚੌੜੀ ਇਹਨਾਂ ਦੀ ਆਪਣੀ ਨਿਯਮਾਵਲੀ ਹੈ ਸੰਸਦ ਦੀ, ਜਿਵੇਂ ਸਾਡੀ ਵਿਧਾਨ ਸਭਾ ਦੀ ਹੁੰਦੀ ਹੈ।
ਉਹ ਪੜੋਗੇ ਤਾਂ ਬਹੁਤ ਕੁਝ ਮਿਲ ਜਾਏਗਾ ਕਿ ਕਿਸ ਤਰ੍ਹਾਂ, ਕਿਉਂਕਿ ਸਾਨੂੰ ਸਮਝ ਹੀ ਨਹੀਂ ਲੱਗਦੀ ਜ਼ੀਰੋ ਆਰ ਕੀ ਹੁੰਦਾ ਹੈ, ਫਲਾਣਾ ਕੀ ਹੁੰਦਾ, ਧਮਕਾਣਾ ਕੀ ਹੁੰਦਾ। ਤਾਂ ਉਹਦੇ ਦੀ ਅੱਡ ਇੱਕ ਨਿਯਮਾਵਲੀ ਹੈ। ਤਾਂ ਇਸੇ ਨਿਯਮਾਵਲੀ 'ਚ ਨਿਯਮ 381 ਹੈ। ਉਹ ਕਹਿੰਦੇ ਕਿ ਸਦਨ ਦੀ ਕਾਰਵਾਈ ਦੇ ਜਿਸ ਹਿੱਸੇ ਨੂੰ ਢਾਇਆ ਜਾਣਾ ਹੈ ਉਸ ਨੂੰ ਚਿੰਨ੍ਹਿਤ ਕਰਨ ਤੋਂ ਬਾਅਦ ਕਾਰਵਾਈ ਵਿੱਚ ਇੱਕ ਨੋਟ ਇਸ ਤਰ੍ਹਾਂ ਸ਼ਾਮਿਲ ਕੀਤਾ ਜਾਏਗਾ। ਇਹ ਉਹਦੇ ਵਿੱਚ ਲਿਖਿਆ ਕਿ ਸਪੀਕਰ ਦੇ ਹੁਕਮ ਮੁਤਾਬਕ ਇਸ ਨੂੰ ਹਟਾ ਦਿੱਤਾ ਗਿਆ। ਮਤਲਬ ਕਿ ਇੱਕ ਸਪੈਸ਼ਲ ਨੋਟ ਲੱਗੇਗਾ ਨਾਲ। ਐ ਨਹੀਂ ਹੈ ਕਿ ਤੁਸੀਂ ਆਪਣੀ ਮਰਜ਼ੀ ਨਾਲ ਕਿਸੇ ਦੇ ਕੁਝ ਸ਼ਬਦ ਨੂੰ ਵੀ ਹਟਾ ਦਿਓ ਜੀ। ਪਹਿਲਾਂ ਸਪੀਕਰ ਸਾਹਿਬ ਉਸ ਨਿਯਮ ਦੇ ਜੋ ਉਹਨਾਂ ਦੇ ਕੋਲ ਸ਼ਕਤੀ ਉਹਦੀ ਵਰਤੋਂ ਕਰਨਗੇ, ਬਾਅਦ ਚ ਲਿਖਤੀ ਨੋਟ ਲੱਗੇਗਾ ਜੀ। ਕਾਲਰ ਨੇ ਇਹ ਇੱਕ ਆਲਰੇਡੀ ਸਾਡੇ ਕੋਲ ਪ੍ਰਬੰਧ ਹੈਗਾ, ਤਾਂ ਕਿਉਂ ਇਸ ਤਰ੍ਹਾਂ ਦੇ ਵਿਵਾਦ ਮੇਰੇ ਖਿਆਲ ਨਾਲ ਬੇਲੋੜੇ ਜਿਹੇ ਆ। ਚਲੋ ਕਰਦੇ ਰਹਿਣ, ਸਾਨੂੰ ਕੁਝ ਮੌਕਾ ਮਿਲਦਾ ਗੱਲ ਕਰਨ ਦਾ। ਆਪਾਂ ਅਗਲੀ ਗੱਲ ਲੈ ਲਈਏ। ਹੈਲੋ ਹਾਂਜੀ, ਸਤਿ ਸ੍ਰੀ ਅਕਾਲ ਜੀ ਦੋਨਾਂ ਵੀਰਾਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਮਾਮੂ ਜੀ। ਤਾਂ ਜੀ ਮਿੰਟੂ ਵੀਰ ਜੀ ਨੂੰ ਵੀ ਇਹੀ ਬੇਨਤੀ ਕਰਨੀ ਚਾਹੁੰਦਾ ਵੀ ਅੱਜ ਚੌਥੇ ਥੰਮ ਦਾ ਜਿਹੜਾ ਕੰਮ ਆ ਮੀਡੀਆ ਦਾ, ਉਹ ਜ਼ਰੂਰ ਨਿਭਾਉਂਦੇ ਰਹੋ, ਕਿਉਂਕਿ ਨਹੀਂ ਤਾਂ ਬਾਹਲੀਆਂ ਫਾਰਮਾਂ ਤਾਂ ਇਹੀ ਆ ਰਹੀਆਂ ਵੀ ਅੱਜ ਆਮ ਆਦਮੀ ਪਾਰਟੀ ਨੇ ਵੀ ਜਿਹੜਾ ਮੀਡੀਆ ਨੂੰ ਬਹੁਤ ਪੈਸਾ ਦਿੱਤਾ, ਕਹਿੰਦੇ ਹੁੰਦੇ ਆ ਵੀ ਉਹਦੇ 'ਚ ਸ਼ਾਇਦ ਮੀਡੀਆ ਕਿਤੇ ਨਾ ਕਿਤੇ ਚੂਕ ਨਾ ਕਰ ਜਾਵੇ। ਤੁਹਾਡੇ ਵਰਗੇ ਭਰਾਵਾਂ ਨੂੰ ਮੇਰੀ ਸਲੂਟ ਆ। ਜ਼ਰੂਰ ਮੈਂ ਤੁਹਾਨੂੰ ਫੇਰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਵੀ ਤੁਸੀਂ ਇੱਕ ਇਹ ਜ਼ਿੰਦਗੀ ਦੇ ਵਿੱਚ ਫਰਜ਼ ਜ਼ਰੂਰ ਨਿਭਾਇਓ, ਕਿਉਂਕਿ ਬਹੁਤ ਅੱਜ ਇੱਕ ਤਿਰਛੀ ਨਜ਼ਰ ਦੀ ਤੇ ਚੌਥੇ ਥੰਮ ਦੀ ਬਹੁਤ ਲੋੜ ਆ। ਮਿਹਰਬਾਨੀ। ਠੀਕ ਆ, ਸਰਕਾਰ ਬਹੁਤ ਆਪਦੇ ਕਨੀਓ ਉਪਰਾਲੇ ਕਰ ਰਹੀ ਆ, ਚੰਗੇ ਕੰਮ ਕਰ ਰਹੀ ਆ, ਤੇ ਪਰ ਦੇਖਿਓ ਕਿਤੇ ਆਪਣੇ ਕਹਿੰਦੇ ਗੱਲ ਤਾਂ ਫਿਰ ਸਾਰੇ ਆਪਣੇ ਪੰਜਾਬ ਦੀ ਆ ਜਾਣੀ ਆ। ਸੋ ਇਸ ਕਰਕੇ ਮੈਂ ਤਾਂ ਬੇਨਤੀ ਕਰਨ ਲਈ ਅੱਜ ਮਿੰਟੂ ਵੀਰ ਜੀ ਨੂੰ ਸਪੈਸ਼ਲੀ ਬੇਨਤੀ ਕਰਦਾ। ਮਿਹਰਬਾਨੀ। ਜਿੱਥੇ ਤੁਸੀਂ ਚਾਵਲਾ ਸਾਹਿਬ ਹਵਾ ਜਨਵਾ ਰਹੇ ਹੋ, ਇਹ ਵੀ ਹੋਰ ਇਹੋ ਜਿਹੀ ਜਿਹੜੀ ਵੀ ਕੋਈ ਕਮੀ ਲੱਗਦੀ ਹੈ ਪਾਰਟੀ ਦੀ, ਉਹ ਜ਼ਰੂਰ ਕੱਢ ਕੇ ਲੈ ਕੇ ਆਉਣ, ਤਾਂ ਕਿ ਆਪਾਂ ਉਹਨਾਂ ਨੂੰ ਉਸ ਸਮੇਂ ਤੇ ਅੱਜ ਕੋਈ ਵੀ ਜਿਹੜੀ ਨਸੀਹਤ ਬਣਦੀ ਦੇ ਸਕੀਏ ਜੀ। ਮਿਹਰਬਾਨੀ ਜੀ। ਬਾਕੀ ਮੈਡਮ ਨੂੰ ਅਸੀਂ ਸਵੇਰੇ ਵੀ ਟਰਾਈ ਕੀਤੀ, ਰਾਤੀ ਵੀ ਟਰਾਈ ਕੀਤੀ, ਤੇ ਤੁਹਾਡਾ ਧੰਨਵਾਦ ਫੋਨ ਨੰਬਰ ਦੇਣ ਲਈ। ਪਰ ਚਲੋ ਐਨੀਵੇ ਮੈਂ ਉਹਨਾਂ ਨਾਲ ਗੱਲ ਕਰੀ ਸਵੇਰੇ ਵੀ, ਜਦੋਂ ਮੈਂ ਤੁਹਾਨੂੰ ਮੈਸੇਜ ਕਰਿਆ ਮੇਰੇ ਖਿਆਲ ਜਦ ਨੂੰ ਤੁਹਾਡਾ ਪ੍ਰੋਗਰਾਮ ਖਤਮ ਹੋ ਗਿਆ, ਕਿਉਂਕਿ ਐਕਚੁਅਲੀ ਪਤਾ ਕੀ ਹੁੰਦਾ, ਫੋਨ ਤੁਹਾਡਾ ਭਰਿਆ ਨਹੀਂ ਹੋਣਾ, ਤੇ ਉਹਦੇ ਕਰਕੇ ਹੁਣ ਮੇਰਾ ਫੋਨ ਉਹਨਾਂ ਨੇ ਸਵੇਰੇ ਵੀ ਚੱਕਿਆ ਤੇ ਕਹਿੰਦੇ ਪਾ ਲਓ ਲਾਈਨ ਤੇ। ਉਹ ਹੁਣ ਫਿਰ ਤੁਸੀਂ ਸਿੱਧਾ ਫੋਨ ਕਰ ਰਹੇ, ਮੈਂ ਉਹਨਾਂ ਨੂੰ ਕਿਹਾ ਵੀ ਹੁਣ ਪਾ ਲਓ ਇੱਕ। ਹੁਣ ਪਾ ਲਓ। ਹੁਣ ਕੀ ਹੋਣ ਲੱਗਾ? ਕੋਈ ਨਹੀਂ, ਮੈਂ ਹੁਣ ਟਰਾਈ ਕਰ ਲੈਣਾ ਜੀ, ਕਿਉਂਕਿ ਉਹ ਇੱਥੇ ਰੱਖ ਲਓ ਹੋਲਡ। ਮੈਂ ਤੇ ਮਿੰਟੂ ਜੀ ਗੱਲ ਕਰ ਲੈਣੇ ਆ, ਤੁਸੀਂ ਲਾਈਨ ਕਰੋ, ਮੈਂ ਟਰਾਈ ਕਰ ਲੈਣਾ ਜੀ। ਪੈ ਗਏ ਤਾਂ ਮੈਂ ਜ਼ਰੂਰ ਹੁਣੇ ਕਰਵਾ ਲੈਣਾ। CJ ਮਾਰ 1320 ਮੀਟਰ ਬੈਂਡ ਰੇਡੀਓ ਪ੍ਰੋਗਰਾਮ ਰਗਲਾ ਪੰਜਾਬ। ਮਿੰਟੂ ਜੀ, ਇਹ ਲੁਧਿਆਣੇ ਦੱਖਣੀ ਤੋਂ ਜਿਹੜੇ MLA ਨੇ, ਜਿਨ੍ਹਾਂ ਨੇ ਇੱਕ ਆਫੀਸਰ ਦੇ ਨਾਲ ਤੁਸੀਂ ਵੀਡੀਓ ਦੇਖੀ ਹੋਣੀ ਹੈ, ਹਾਂਜੀ, ਜਿਸ ਤਰ੍ਹਾਂ ਦਾ ਲਹਿਜਾ ਉਹਨਾਂ ਦਾ, ਬਿਲਕੁਲ ਪੱਟੀ ਵਾਲੇ, ਹਾਂਜੀ, MLA ਹਰਮਿੰਦਰ ਗਿੱਲ ਵਾਂਗੂ MLA ਨੂੰ ਜਿਵੇਂ MLA ਕਹਿ ਰਿਹਾ ਸੀਗਾ ਕਿ ਤੇਰੀ ਜ਼ਰੂਰਤ ਕਿਵੇਂ ਪੈ ਗਈ ਮੇਰੇ ਤੋਂ ਬਗੈਰ, ਹੈ ਨਾ, ਉਹਨਾਂ ਦਾ ਜਰਾ ਕਿ ਜੋਸ਼ੀਲਾ ਜਿਹਾ ਸੀ। ਇੱਥੇ ਬੀਬੀ ਆਪਣੇ ਤਰੀਕੇ ਦੇ ਨਾਲ ਜਿਹੜੀ ਆ ਉਹ ਪ੍ਰਸ਼ਾਸਨਿਕ ਤੌਰ 'ਤੇ ਜਿਹੜੀ ਆਫੀਸਰ ਰੇਡ ਮਾਰਨ ਆਈ ਆ ਉਹਨੂੰ ਕਹਿ ਰਹੇ ਨੇ। ਹਾਂਜੀ, ਸੋ ਜੇ ਮਿਲ ਜਾਂਦੀ ਹੈ ਲਾਈਨ ਉਹਨਾਂ ਨੂੰ ਤੇ ਆਪਣਾ ਦਾ ਪ੍ਰਤੀਕਰਮ। ਚਲੋ ਉਹ ਤੇ ਗੱਲ ਕੋਈ ਨਹੀਂ, ਬਾਤ ਵੀ ਹੈ ਤੁਸੀਂ ਕਰਨੀ ਆ, ਪਰ ਮੈਂ ਭਾਈ ਸਾਹਿਬ ਨੂੰ ਜ਼ਰੂਰ ਤਸੱਲੀ ਦੇ ਦਿੰਦਾ ਕਿ ਜਦ ਮੈਨੂੰ ਪੈਸੇ ਦੀ ਲੋੜ ਹੋਈ, ਕਿਸੇ ਮੈਂ ਹੋਰ ਪ੍ਰੋਫੈਸ਼ਨ 'ਚ ਜਾਣਾ ਹੋਇਆ, ਮੈਂ ਦੱਸ ਕੇ ਜਾਵਾਂਗਾ ਕਿ ਮੈਂ ਚੱਲਿਆ ਬਈ, ਹੁਣ ਇੱਥੇ ਮੇਰਾ ਨਹੀਂ ਸਰਦਾ, ਮੇਰੇ ਕੋਲ ਰੋਜੀ ਰੋਟੀ ਦੀ ਕਮੀ ਹੈ, ਤਾਂ ਮੈਂ ਕੋਈ ਕਹਿ ਚੁੱਕੇ ਆ ਤੁਸੀਂ ਉਧਰ ਜਾ ਜੀ। ਇਹ ਤਾਂ ਤੁਸੀਂ ਕਹਿ ਚੁੱਕੇ ਹੋ, ਆਲਰੇਡੀ ਕਹਿ ਚੁੱਕੇ ਹੋ ਨਾ। ਹਾਂਜੀ, ਮੈਂ ਤਾਂ ਇੱਥੋਂ ਤੱਕ ਕਿ ਮੈਂ ਇੱਕ ਦੋ ਵਾਰੀ ਟਿਕਟ ਦੀ ਆਫਰ ਵੀ ਠੁਕਰਾਈ ਹੈ। ਮੈਂ ਨਹੀਂ, ਜਦੋਂ ਮੈਂ ਹੈਗਾ ਕਿਸੇ ਇੱਕ ਪ੍ਰੋਫੈਸ਼ਨ 'ਚ ਆ, ਜਦ ਜਾਵਾਂਗਾ ਹਿੱਕ ਠੋਕ ਕੇ ਜਾਵਾਂਗਾ ਔਰ ਇੱਥੋਂ ਫਤਿਹ ਬੁਲਾ ਕੇ ਜਾਵਾਂਗਾ ਕਿ ਭਾਈ ਹੋਈਆਂ ਗਲਤੀਆਂ ਦੀ, ਭੁੱਲਾਂ ਚੁੱਕਾਂ ਦੀ ਮਾਫੀ, ਅੱਜ ਤੋਂ ਮੈਂ ਚੱਲਿਆ। ਅੱਜ ਤੋਂ ਮੈਂ ਪੱਤਰਕਾਰੀ ਛੱਡੀ ਤੇ ਮੈਂ ਲੀਡਰ ਬਣਾ, ਫੇਰ ਆਵਾਂਗਾ ਕਿ ਲਓ ਜੀ ਮੈਂ ਆ ਗਿਆ। ਮਿਹਰਬਾਨੀ ਮਾਮੂ ਜੀ, ਤੁਹਾਡਾ ਵੀ ਧੰਨਵਾਦ। ਮੈਨੂੰ ਲੱਗਦਾ ਕਿ ਮਾਮਾ ਜੀ ਬਿਜੀ ਹੋ ਗਏ ਨੇ ਤੇ ਇੱਧਰ ਸਾਡੀ ਵੀ ਸਮਾਪਤੀ ਹੈ। ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।